ਸੂਬੇਦਾਰ ਸ਼ਿਵ ਸਿੰਘ ਦੀ ਕਿਤਾਬ ਸਾਡਾ ਸੱਭਿਆਚਾਰਕ ਵਿਰਸਾ ਨਹੀਂ ਲੱਭਣੇ ਰੰਗ ਵਾਚੇ ਦਾ ਚੌਥਾ ਅਧਿਆਇ ਭਾਗ 3 ਕੱਪੜਾ ਤੇ ਉਸ ਤੋਂ ਬਣੇ ਵਸਤਰ ਤੇ ਹੋਂਦ ਵਿੱਚ ਆਏ ਫੈਸ਼ਨ। ਘੱਗਰਾ ਵਸਤਰ ਪੁਰਾਣੇ ਸਮੇਂ ਦੇ ਮੌਕੇ ਦਾ ਬਹੁਤ ਖੁੱਲ੍ਹਾ ਜਿਹਾ ਤੇ ਔਰਤਾਂ ਦੇ ਪਾਉਣ ਵਾਲਾ ਵਸਤਰ ਹੁੰਦਾ ਸੀ ਜੋ ਹੁਣ ਅਲੋਪ ਹੀ ਹੋ ਗਿਆ। ਪਰ ਪੁਰਾਣੇ ਗੀਤਾਂ ਦਾ ਸ਼ਿੰਗਾਰ ਹੁਣ ਵੀ ਬਣਿਆ ਹੋਇਆ ਸੁਣਨ ਨੂੰ ਮਿਲ ਜਾਂਦਾ ਹੈ। ਇਸ ਦੀ ਬਣਤਰ ਸਲਵਾਰ ਵਾਂਗੂ ਵੱਖ-ਵੱਖ ਲੱਤਾਂ ਵਿੱਚ ਪਾਉਣ ਵਾਸਤੇ ਨਹੀਂ ਹੁੰਦੀ, ਸਗੋਂ ਬਹੁਤ ਵੱਡੇ ਕੱਪੜੇ ਭਾਵ ਲੰਬਾਈ ਵਿੱਚ ਲੰਬੇ ਕੱਪੜੇ ਨੂੰ ਪੰਨ ਪਾ ਕੇ ਇਕੱਠਾ ਕਰਕੇ ਸਿਰਫ ਲੱਕ ਦੇ ਘੇਰੇ ਜੋਗਾ ਨੇਫਾ ਬਣਾਇਆ ਜਾਂਦਾ ਹੈ ਤੇ ਹੇਠੋਂ ਇਹ ਇੱਕੋ ਤੇ ਖੁੱਲ੍ਹਾ ਹੁੰਦਾ ਹੈ। ਇਸ ਨੂੰ ਸਾਰੇ ਦਰਜੀ ਨਹੀਂ ਬਣਾ ਸਕਦੇ, ਸਗੋਂ ਮਾਹਰ ਦਰਜੀ ਹੀ ਸਿਲਾਈ ਕਰਦਾ ਸੀ ਤੇ ਨੇਫੇ ਵਿੱਚ ਯਾਨੀ ਲੱਕ ਵਾਲੀ ਥਾਂ ਇਸ ਨੂੰ ਬੰਨ੍ਹਣ ਵਾਸਤੇ ਨਾਲਾ ਪਾਇਆ ਜਾਂਦਾ ਸੀ। ਇਸ ਨੂੰ ਔਰਤਾਂ ਖੁਸ਼ੀਆਂ ਤੇ ਗਮੀਆਂ ਦੋਵੇਂ ਮੌਕਿਆਂ 'ਤੇ ਪਾਉਂਦੀਆਂ ਸਨ। ਘੱਗਰਾ ਜ਼ਿਆਦਾ ਕੱਪੜਾ ਲੱਗਾ ਹੋਣ ਕਰਕੇ ਭਾਰਾ ਵਸਤਰ ਹੋਣ ਕਾਰਨ ਔਰਤਾਂ ਘਰ ਵਿੱਚ ਘਰੇਲੂ ਕੰਮ ਧੰਦਾ ਕਰਨ ਵੇਲੇ ਜਾਂ ਲੰਬਾ ਪੈਦਲ ਪੈਂਡਾ ਤੁਰਨ ਮੌਕੇ ਇਸ ਨੂੰ ਉਤਾਰ ਕੇ ਸੰਭਾਲ ਲੈਂਦੀਆਂ ਸਨ। ਪਰ ਪੁਰਾਤਨ ਸਮੇਂ ਵਿੱਚ ਘਰ ਤੋਂ ਬਾਹਰ ਜਾਣ ਵੇਲੇ ਪਿੰਡ ਦੀਆਂ ਧੀਆਂ ਤੋਂ ਬਗੈਰ ਬਾਕੀ ਸਭ ਨੂੰ ਇਹ ਵਸਤਰ ਪਾਉਣਾ ਜ਼ਰੂਰੀ ਸੀ। ਘੱਗਰਾ ਫੈਸ਼ਨ ਪੱਖੋਂ ਲਾਲ ਤੇ ਸੂਫ ਦੇ ਕੱਪੜੇ ਦਾ ਕਾਲੇ ਰੰਗ ਵਾਲਾ ਖੁਸ਼ੀ ਮੌਕੇ ਸ਼ੌਕ ਨਾਲ ਪਾਇਆ ਜਾਂਦਾ ਸੀ, ਪਰ ਗਮੀ ਵੇਲੇ ਫਿੱਕੇ ਤੇ ਸਫੈਦ ਯਾਨੀ ਚਿੱਟੇ ਰੰਗ ਦੇ ਘੱਗਰੇ, ਚਿੱਟੇ ਰੰਗ ਦੀਆਂ ਹੀ ਚੁੰਨੀਆਂ ਤੇ ਘੁੰਡ ਡੂੰਘੇ ਕੱਢੇ ਹੋਏ ਹੁੰਦੇ ਸਨ। ਪਿੰਡ ਦੀਆਂ ਧੀਆਂ ਤੇ ਨੂੰਹਾਂ ਦੀ ਪਛਾਣ ਘਰਾਂ ਤੋਂ ਬਾਹਰ ਘੱਗਰਾ ਤੇ ਘੁੰਡੀ ਬੰਨ੍ਹਦਾ ਸੀ, ਪਰ ਘਰਾਂ ਦੇ ਅੰਦਰ ਵੀ ਨੂੰਹਾਂ ਨੂੰ ਆਪਣੇ ਪਤੀ ਤੋਂ ਵੱਡੇ ਹਰ ਮਨੁੱਖ ਤੋਂ ਜੋ ਸਹੁਰਿਆਂ ਵਾਲੇ ਪਾਸੇ ਦਾ ਹੁੰਦਾ ਹੈ ਘੁੰਡ ਕੱਢ ਕੇ ਰੱਖਣਾ ਜ਼ਰੂਰੀ ਸੀ। ਘੁੰਡ ਅਤੇ ਘੱਗਰੇ ਦੀ ਵਰਤੋਂ ਹਿੰਦੂ ਤੇ ਸਿੱਖ ਸਮਾਜ ਵਿੱਚ ਉਸ ਨਾਜ਼ੁਕ ਮੌਕੇ ਤੋਂ ਸ਼ੁਰੂ ਹੋਈ ਹੋਵੇਗੀ ਜਦੋਂ ਲੰਮਾ ਸਮਾਂ ਮੁਸਲਿਮ ਹਾਕਮ ਭਾਰਤ ਉੱਤੇ ਕਾਬਜ਼ ਸਨ ਤੇ ਮੁਗਲ ਕਾਲ ਵੇਲੇ ਅਤ ਸੰਕਟ ਦੀ ਘੜੀ ਆ ਚੁੱਕੀ ਸੀ। ਜਿੱਥੇ ਘੁੰਡ ਮੁਟਿਆਰ ਔਰਤ ਦੇ ਚਿਹਰੇ ਤੇ ਨੈਣ ਨਕਸ਼ਾਂ ਤੇ ਰੰਗ ਨੂੰ ਛੁਪਾਉਂਦਾ ਸੀ, ਉੱਥੇ ਘੱਗਰਾ ਵੀ ਸਰੀਰ ਦੇ ਹੇਠਲੇ ਹਿੱਸੇ ਪੈਰਾਂ ਤੱਕ ਦੇ ਸਾਰੇ ਅੰਗਾਂ ਦੀ ਹਰ ਹਰਕਤ ਨੂੰ ਤੁਰਦਿਆਂ ਬੈਠਣ ਤੇ ਖੜੇ ਹੋਣ ਜਾਂ ਕੰਮ ਕਰਦਿਆਂ ਮੌਕੇ ਛੁਪਾਉਂਦਾ ਸੀ। ਇਸੇ ਕਰਕੇ ਹੀ ਉਸ ਵੇਲੇ ਦੇ ਸਮਾਜ ਵਿਗਿਆਨੀਆਂ ਨੇ ਭਾਰਤੀ ਇੱਜ਼ਤ ਨੂੰ ਜ਼ਾਲਮਾਂ ਤੋਂ ਬਚਾਉਣ ਲਈ ਕਾਢ ਕੱਢੀ ਹੋਵੇਗੀ। 1947 ਈਸਵੀ ਤੋਂ ਮਗਰੋਂ ਐਸਾ ਮੌਕਾ ਆਉਣ ਲੱਗ ਪਿਆ ਸੀ ਜਦੋਂ ਕੱਪੜੇ ਦੇ ਪਹਿਰਾਵੇ ਦਾ ਸੱਭਿਆਚਾਰ ਪੂਰੀ ਤਰ੍ਹਾਂ ਬਦਲਣ ਵਾਸਤੇ ਕਰਵਟਾਂ ਲੈਣ ਲੱਗ ਪਿਆ ਸੀ, ਜੋ ਸੱਚਮੁੱਚ ਹੁਣ ਪੂਰਾ ਹੀ ਬਦਲ ਚੁੱਕਿਆ ਹੈ। ਸਮੇਂ ਨੇ ਕਿੰਨਾ ਪਲਟਾ ਖਾਧਾ ਹੈ। ਉਹ ਵੀ ਸਮਾਂ ਸੀ ਜਦੋਂ ਪਿੰਡ ਦੇ ਬਜ਼ੁਰਗ ਘੁੰਡ ਨਾ ਕੱਢਣ, ਥੋੜ੍ਹਾ ਘੱਟ ਨੀਵਾਂ ਹੋਣ ਤੇ ਘੱਗਰਾ ਵੀ ਘੱਟ ਨੀਵਾਂ ਜਾਂ ਨਾ ਪਾ ਕੇ ਘਰੋਂ ਬਾਹਰ ਜਾਣ ਵਾਲੀ ਮੁਟਿਆਰ ਨੂੰਹ ਨਾਲ ਗੁੱਸੇ ਵਿੱਚ ਪੇਸ਼ ਆਉਂਦੇ ਹੁੰਦੇ ਸਨ, ਜੋ ਆਪਣੇ ਆਪ ਨੂੰ ਪਿੰਡ ਦਾ ਸਾਂਝਾ ਤੇ ਇੱਜ਼ਤ ਦਾ ਵੀ ਸਾਂਝਾ ਬਜ਼ੁਰਗ ਸਮਝਿਆ ਹੁੰਦਾ ਸੀ। ਪਿੰਡ ਦੀ ਡਿਊਟੀ ਵਿੱਚ ਬੈਠਾ ਉੱਥੋਂ ਦੀ ਲੰਘਣ ਵਾਲੀ ਹਰ ਔਰਤ ਦੇ ਘੁੰਡ ਤੇ ਘੱਗਰੇ ਵੱਲ ਦੇਖ ਕੇ ਜੇ ਨੀਵਾਂ ਘੱਟ ਹੁੰਦਾ ਤਾਂ ਗੁੱਸੇ ਵਿੱਚ ਆ ਕੇ ਆਪਣਾ ਖੂੰਡਾ ਨੰਗਿਆਂ ਗਿੱਟਿਆਂ ਉੱਤੇ ਮਾਰ ਦਿੰਦਾ ਸੀ। ਤਦ ਉਹੀ ਔਰਤ ਘਰ ਵਾਪਸ ਮੁੜ ਕੇ ਤੇ ਆਪਣੇ ਕੱਪੜੇ ਠੀਕ ਕਰਕੇ ਦੁਬਾਰਾ ਲੰਘਦੀ ਤੇ ਦੂਸਰਿਆਂ ਨੂੰ ਵੀ ਠੀਕ ਤਰ੍ਹਾਂ ਦੇ ਕੱਪੜੇ ਪਾਉਣ ਬਾਰੇ ਦੱਸ ਦਿੰਦੀ ਤੇ ਸ਼ਿਕਾਇਤ ਕੀਤੀ ਤੋਂ ਪਰਿਵਾਰ ਵੱਲੋਂ ਉਸ ਨੂੰ ਹੋਰ ਝਿੜਕਾਂ ਪੈ ਜਾਂਦੀਆਂ ਸਨ। ਉਸ ਵੇਲੇ ਬਜ਼ੁਰਗਾਂ ਦਾ ਗੁੱਸਾ ਔਰਤਾਂ ਵੀ ਨਹੀਂ ਕਰਦੀਆਂ ਸਨ। ਉਸ ਵੇਲੇ ਸ਼ਰਮ, ਹਯਾ ਤੇ ਇੱਜ਼ਤ ਦੇ ਮਸਲੇ ਪੂਰੇ ਸਮਾਜ ਦੇ ਸਾਂਝੇ ਅਤੇ ਕੀ ਸਮਝੇ ਜਾਂਦੇ ਸਨ। ਇਹ ਕਹਾਣੀ 1910 ਈਸਵੀ ਤੋਂ ਬਹੁਤ ਪਹਿਲੋਂ ਦੀ ਹੈ। ਘੱਗਰੇ ਵਰਗਾ ਇੱਕ ਹੋਰ ਵਸਤਰ ਘੱਗਰੀ ਹੁੰਦਾ ਸੀ, ਜਿਸ ਨੂੰ ਹੁਣ ਵੀ ਪੱਟੀਦਰ, ਵਣਜਾਰਾ ਕਬੀਲਾ, ਗੱਡੀ ਘੜੀਏ, ਨਾਗਾ, ਆਸਾਮ ਤੇ ਗੋਰਖਾ ਔਰਤਾਂ ਪਹਿਨਦੀਆਂ ਹਨ। ਇਹ ਵਸਤਰ ਘੱਗਰੇ ਵਾਂਗੂ ਪੈਰਾਂ ਤੱਕ ਨੀਵਾਂ ਨਹੀਂ ਹੁੰਦਾ, ਸਗੋਂ ਗੋਡਿਆਂ ਤੋਂ ਥੋੜ੍ਹਾ ਜਿਹਾ ਹੋਰ ਨੀਵਾਂ ਹੁੰਦਾ ਤੇ ਲੱਤਾਂ ਦਾ ਹੇਠਲਾ ਹਿੱਸਾ ਨੰਗਾ ਹੁੰਦਾ। ਸਾੜੀ ਔਰਤਾਂ ਦਾ ਐਸਾ ਮੁੱਢ ਕਦੀਮ ਤੋਂ ਚੱਲਿਆ ਆ ਰਿਹਾ ਅਕਹਿਰਾ, ਵੱਡਾ ਤੇ ਖੁੱਲ੍ਹਾ ਭਾਰਤੀ ਵਸਤਰ ਹੈ, ਜੋ ਭਾਰਤ ਵਿਖੇ ਹੀ ਨਹੀਂ ਸਗੋਂ ਹੁਣ ਬਾਹਰਲੇ ਦੇਸ਼ਾਂ ਵਿੱਚ ਵੀ ਪਹਿਨਿਆ ਜਾਂਦਾ ਹੈ ਤੇ ਪੂਰੇ ਸਰੀਰ ਨੂੰ ਚੰਗੀ ਤਰ੍ਹਾਂ ਢੱਕ ਲੈਣ ਵਾਲਾ ਇੱਕੋ ਇੱਕ ਵਸਤਰ ਹੈ। ਸੁਣਨ ਤੇ ਪੜ੍ਹਨ ਨੂੰ ਮਿਲਦਾ ਹੈ ਕਿ ਜਦੋਂ ਬਹੁਤ ਹੀ ਪੁਰਾਣੇ ਸਮੇਂ ਮੌਕੇ ਕੌਰਵ ਪਰਿਵਾਰ ਦੇ ਮੁਖੀ ਦੁਰਯੋਧਨ ਨੇ ਪਾਂਡਵ ਪਰਿਵਾਰ ਵਿੱਚ ਅਰਜਨ ਦੀ ਪਤਨੀ ਦ੍ਰੋਪਦੀ ਨੂੰ ਬੇਇੱਜ਼ਤ ਕਰਨ ਵਾਸਤੇ ਨਗਨ ਕਰਾਉਣ ਦੀ ਪ੍ਰਯਾਸ ਕੋਸ਼ਿਸ਼ ਕੀਤੀ ਸੀ
ਤਦ ਉਸ ਪੁਰਾਣੇ ਵੇਲੇ ਵੀ ਦ੍ਰੌਪਦੀ ਦੇ ਸਰੀਰ ਉੱਤੇ ਸਾੜੀ ਹੀ ਲਪੇਟੀ ਹੋਈ ਸੀ। ਇੱਥੋਂ ਸਾਬਤ ਹੋ ਜਾਂਦਾ ਹੈ ਕਿ ਸਾੜੀ ਦਾ ਵਸਤਰ ਬਹੁਤ ਹੀ ਲੰਮੇ ਸਮੇਂ ਤੋਂ ਚੱਲਿਆ ਆ ਰਿਹਾ ਤੇ ਬਦਲਿਆ ਵੀ ਨਹੀਂ ਹੈ ਤੇ ਹੁਣ ਵੀ ਹਰਮਨ ਪਿਆਰਾ ਵਸਤਰ ਹੈ। ਭਾਵੇਂ ਫੈਸ਼ਨ ਸੁਹੱਪਣ ਤੇ ਹਰ ਪੱਖ ਤੋਂ ਸਾਰੀਆਂ ਲੋੜਾਂ ਪੂਰੀਆਂ ਕਰਨ ਵਾਲਾ ਚੁਸਤ ਪੰਜਾਬੀ ਪਹਿਰਾਵਾ ਮੌਜੂਦਾ ਫੈਸ਼ਨ ਤੇ ਤਰੱਕੀ ਦੇ ਦੌਰ ਵਿੱਚ ਸਾਰਿਆਂ ਪਹਿਰਾਵਿਆਂ ਨੂੰ ਮਾਤ ਪਾ ਗਿਆ, ਫਿਰ ਵੀ ਸਾੜੀ ਵੀ ਐਸਾ ਵਸਤਰ ਹੈ ਜੋ ਖੁਸ਼ੀਆਂ ਦੇ ਵੇਲਿਆਂ ਤੇ ਕਦੇ-ਕਦੇ ਪੰਜਾਬਣਾਂ ਵੀ ਸ਼ੌਕ ਨਾਲ ਇਸ ਵਿੱਚ ਲਪੇਟੀਆਂ ਹੋਈ ਨਜ਼ਰ ਆ ਜਾਂਦੀਆਂ ਨੇ ਤੇ ਸ਼ੀਸ਼ਾ ਦੇਖ ਕੇ ਆਪਣੇ ਆਪ ਨੂੰ ਫੱਬੀਆਂ ਹੋਈਆਂ ਮਹਿਸੂਸ ਕਰਦੀਆਂ ਹਨ। ਸਾੜੀ ਵਸਤਰ ਭਾਵੇਂ ਔਰਤ ਦੇ ਪੂਰੇ ਸਰੀਰ ਨੂੰ ਢੱਕ ਲੈਂਦਾ, ਜਿਵੇਂ ਸਰੀਰ ਦਾ ਹੇਠਲਾ ਤੇ ਵਿਚਕਾਰਲਾ ਹਿੱਸਾ ਤੇ ਬਾਕੀ ਸਾੜੀ ਦਾ ਬਚਦਾ ਕੁਝ ਹਿੱਸਾ ਔਰਤ ਦੇ ਸਿਰ ਨੂੰ ਢੱਕਣ ਵਾਸਤੇ ਚੁੰਨੀ ਦਾ ਵੀ ਕੰਮ ਕਰਦਾ ਹੈ, ਪਰ ਫਿਰ ਵੀ ਸਾੜੀ ਅਣਸੀਤਾ ਤੇ ਢਿੱਲਾ ਵਸਤਰ ਹੋਣ ਕਰਕੇ ਕਦੇ-ਕਦੇ ਸਰੀਰ ਦੇ ਵਿਚਕਾਰ ਵਾਲੇ ਹਿੱਸੇ ਨੂੰ ਕਿਤਿਓਂ ਨੰਗਾ ਕਰ ਸਕਦਾ ਹੈ। ਸਾੜੀ ਲਪੇਟਣ ਤੋਂ ਪਹਿਲਾਂ ਇੱਕ ਛੋਟਾ ਜਿਹਾ ਕਮੀਜ਼ ਵੀ ਪਹਿਨਣਾ ਜ਼ਰੂਰੀ ਹੋ ਜਾਂਦਾ ਹੈ ਤੇ ਸਾੜੀ ਸਮੁੱਚੇ ਤੌਰ ਤੇ ਸ਼ਰਮ ਹਯਾ ਪੱਖੋਂ ਔਰਤਾਂ ਦੇ ਸਾਰੇ ਅੰਗਾਂ ਦੀਆਂ ਹਰਕਤਾਂ ਨੂੰ ਨਜ਼ਰ ਤੋਂ ਛੁਪਾ ਲੈਂਦਾ ਹੈ, ਜਿਸ ਕਰਕੇ ਇਹ ਵਸਤਰ ਘੁੰਡ ਕੱਢਣ ਦੀ ਲੋੜ ਪੂਰੀ ਤਾਂ ਕਰਦਾ ਹੀ ਹੈ, ਨਾਲ ਘੱਗਰੇ ਦੀ ਲੋੜ ਵੀ ਪੂਰੀ ਕਰ ਜਾਂਦਾ ਹੈ। ਪਰ ਹੁਣ ਪੁਰਾਣਾ ਵਸਤਰ ਸੱਭਿਆਚਾਰ ਬਦਲ ਰਿਹਾ ਹੋਣ ਕਰਕੇ ਪੰਜਾਬੀ ਪਹਿਰਾਵਾ ਵੀ ਵਸਤਰਾਂ ਦਾ ਸ਼ਿੰਗਾਰ ਬਣਦਾ ਜਾ ਰਿਹਾ। ਜੁੱਤੀ ਭਾਵੇਂ ਕੱਪੜੇ ਦਾ ਬਣਿਆ ਵਸਤਰ ਨਹੀਂ ਹੈ, ਫਿਰ ਵੀ ਮਨੁੱਖ ਦੇ ਪਹਿਨਣ ਵਾਸਤੇ ਚਮੜੇ ਦਾ ਬਣਿਆ ਹੋਇਆ ਤੇ ਪੂਰੇ ਪੈਰਾਂ ਵਾਸਤੇ ਪਹਿਨਣ ਵਾਲਾ ਹਿੱਸਾ ਤਾਂ ਜ਼ਰੂਰ ਹੈ। ਪੈਰਾਂ ਤੋਂ ਉੱਪਰਲੇ ਸਾਰੇ ਸਰੀਰ ਨੂੰ ਗਰਮੀ ਤੇ ਸਰਦੀ ਤੋਂ ਬਚਾਉਣ ਅਤੇ ਢੱਕਣ ਵਾਸਤੇ ਨਰਮ ਅਤੇ ਹਰ ਪਾਸੇ ਵੱਲ ਨੂੰ ਮੋੜੇ ਜਾ ਸਕਣ ਵਾਲੇ ਕੱਪੜੇ ਦੇ ਬਣੇ ਵਸਤਰਾਂ ਨਾਲ ਸਰ ਜਾਂਦਾ ਹੈ, ਪਰ ਮਨੁੱਖੀ ਪੈਰਾਂ ਦਾ ਹਰ ਵੇਲੇ ਵਾਹ ਧਰਤੀ ਤੇ ਮਿੱਟੀ ਨਾਲ ਪੈਂਦਾ ਹੈ। ਇਸ ਲਈ ਪੈਰਾਂ ਨੂੰ ਜਿੱਥੇ ਗਰਮੀ ਤੇ ਸਰਦੀ ਤੋਂ ਬਚਾਉਣਾ ਜ਼ਰੂਰੀ ਹੈ, ਉੱਥੇ ਧਰਤੀ ਉੱਪਰ ਮਿਲਦੀਆਂ ਤਿੱਖੀਆਂ ਤੇ ਚੁੱਭਣ ਵਾਲੀਆਂ ਤੇ ਸਖਤ ਵਸਤੂਆਂ ਜਿਵੇਂ ਕੰਡੇ, ਕੱਚ, ਕੰਕਰ ਤੇ ਪੱਥਰ ਦੀ ਠੋਕਰ ਲੱਗਣ ਤੋਂ ਬਚਾਉਣਾ ਵੀ ਜ਼ਰੂਰੀ ਹੈ। ਇਸ ਲਈ ਪੈਰਾਂ ਦੀ ਸੁਰੱਖਿਆ ਜੁੱਤੀ ਨਾਲ ਹੀ ਕੀਤੀ ਜਾ ਸਕਦੀ ਹੈ, ਜਿਸ ਕਰਕੇ ਪਸ਼ੂਆਂ ਦੀ ਖੱਲ ਤੋਂ ਬਣੇ ਚਮੜੇ ਜਾਂ ਉਸ ਨਾਲ ਰਲਦੀਆਂ ਮਿਲਦੀਆਂ ਹੋਰ ਸਖਤ ਵਸਤੂਆਂ ਤੋਂ ਬਣੀ ਜੁੱਤੀ ਹੀ ਪੈਰਾਂ ਦੀ ਸੁਰੱਖਿਆ ਕਰ ਸਕਦੀ ਹੈ। ਕੱਪੜੇ ਦੀ ਹੋਂਦ ਤੋਂ ਮਗਰੋਂ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਹੋਵੇਗਾ, ਤਿਵੇਂ ਤਿਵੇਂ ਮਨੁੱਖਤਾ ਸੱਭਿਅਤਾ ਵੱਲ ਕਦਮ ਪੁੱਟ ਕੇ ਅੱਗੇ ਵਧਦੀ ਗਈ ਤੇ ਮਨੁੱਖੀ ਸਰੀਰ ਦੇ ਵੱਖ-ਵੱਖ ਹਿੱਸਿਆਂ ਦੇ ਵਸਤਰਾਂ ਦੇ ਡਿਜ਼ਾਈਨ ਬਣਾਏ ਗਏ ਹੋਣਗੇ, ਜੋ ਪਹਿਨਣੇ ਤੇ ਉਤਾਰਨੇ ਹੀ ਸੌਖੇ ਨਾ ਹੋਣ, ਸਗੋਂ ਸਾਰੀਆਂ ਲੋੜਾਂ ਪੂਰੀਆਂ ਕਰਦੇ ਹੋਣ, ਜਿਸ ਦਾ ਹੁਣ ਤੱਕ ਆਖਰੀ ਰੂਪ ਮੌਜੂਦਾ ਵਸਤਰ ਹੈ। ਮੌਜੂਦਾ ਰੂਪ ਵਾਲੇ ਵਸਤਰਾਂ ਦਾ ਵੀ ਇਹ ਭਵਿੱਖ ਵਾਲਾ ਆਖਰੀ ਰੂਪ ਨਹੀਂ ਸਮਝਿਆ ਜਾ ਸਕਦਾ, ਜਿਸ ਦੀ ਕੋਈ ਆਖਰੀ ਮੰਜ਼ਿਲ ਨਹੀਂ ਹੋਵੇਗੀ। ਇਹ ਤਾਂ ਰੂਪਾਂ ਦੇ ਪੜਾਅ ਹੀ ਹਨ। ਇਸ ਤਰ੍ਹਾਂ ਜੁੱਤੀ ਦੀ ਬਣਤਰ ਵੀ ਐਸੀ ਹੋਣੀ ਚਾਹੀਦੀ ਹੈ ਜਿਸ ਨੂੰ ਪਹਿਨਣਾ ਤੇ ਉਤਾਰਨਾ ਵੀ ਸੌਖਾ ਹੋਵੇ ਤੇ ਹਰ ਲੋੜ ਵੀ ਪੂਰੀ ਕਰਦੀ ਹੋਵੇ। ਇਸ ਦਾ ਵੀ ਮੌਜੂਦਾ ਰੂਪ ਪਿਛਲੇ ਕਈ ਰੂਪ ਬਦਲ ਕੇ ਬਣਿਆ ਹੋਇਆ ਹੋਵੇਗਾ। ਵਸਤਰਾਂ ਵਾਂਗੂ ਜੁੱਤੀਆਂ ਵੀ ਮਰਦਾਂ ਤੇ ਔਰਤਾਂ ਵਾਸਤੇ ਵੱਖ-ਵੱਖ ਰੂਪਾਂ ਦੀਆਂ ਹੁੰਦੀਆਂ ਹਨ। ਪੁਰਾਣੇ ਸਮੇਂ ਮੌਕੇ ਮਨੁੱਖੀ ਜੁੱਤੀ ਧੌੜੀ ਦੀ ਜੁੱਤੀ ਮੋਟੀ ਤੇ ਸਖਤ ਖੱਲ ਦੀ ਹੁੰਦੀ ਸੀ, ਜੋ ਪੈਰਾਂ ਉੱਤੇ ਜ਼ਖਮ ਕਰ ਦਿੰਦੀ ਸੀ, ਜਿਸ ਨੂੰ ਚਮਰਸ ਕਹਿੰਦੇ ਸਨ, ਅਤੇ ਖੱਲ ਦੀ ਜੁੱਤੀ ਸ਼ਾਇਦ ਬੱਕਰੇ ਦੀ ਨਰਮ ਖੱਲ ਦੀ ਹੋਵੇਗੀ, ਜੋ ਪੈਰਾਂ ਨੂੰ ਨਹੀਂ ਲੱਗਦੀ ਸੀ। ਉਸ ਵੇਲੇ ਮਰਦਾਂ ਤੇ ਬੱਚਿਆਂ ਵਾਲੀਆਂ ਜੁੱਤੀਆਂ ਨੋਕਾਂ ਵਾਲੀਆਂ ਤੇ ਕੋਨੀਆਂ ਵੀ ਹੁੰਦੀਆਂ ਸਨ। ਨੋਕਾਂ ਨੂੰ ਖੁੱਲ੍ਹਾ ਵੀ ਤੇ ਘੁਮਾ ਕੇ ਪਿੱਛੇ ਵੀ ਲਿਆ ਕੇ ਤੋਪਾ ਲਾਇਆ ਹੋਇਆ ਹੁੰਦਾ ਸੀ। ਉਸ ਵੇਲੇ ਵਾਲਾ ਪੁਰਾਣਾ ਜੁੱਤੀਆਂ ਤੇ ਮੌਜਿਆਂ ਦਾ ਸੱਭਿਆਚਾਰ ਹੁਣ ਸਭ ਬਦਲ ਗਿਆ। ਜੁੱਤੀ ਦੇ ਜੋੜੇ ਵਿੱਚੋਂ ਉਸ ਦੇ ਦੋਨੋਂ ਹਿੱਸੇ ਸੱਜੇ ਤੇ ਖੱਬੇ ਪੈਰਾਂ ਦੇ ਮੁਤਾਬਕ ਬਣਤਰ ਪੱਖੋਂ ਵੱਖੋ-ਵੱਖ ਸ਼ਕਲ ਦੇ ਹੁੰਦੇ ਹਨ। ਸਰਦੀਆਂ ਦੇ ਮੌਸਮ ਵੇਲੇ ਮਨੁੱਖੀ ਸਰੀਰ ਨੂੰ ਸੁਰੱਖਿਅਤ ਰੱਖਣ ਵਾਲੇ ਮੌਸਮੀ ਵਸਤਰ, ਸੂਤੀ ਵਸਤਰ। ਸਰਦੀ ਦੇ ਮੌਸਮ ਵੇਲੇ ਮਨੁੱਖੀ ਸਰੀਰ ਨੂੰ ਸਰਦੀ ਤੋਂ ਬਚਾਉਣ ਵਾਸਤੇ ਪਹਿਨੇ ਹੋਏ ਵਸਤਰਾਂ ਤੋਂ ਬਗੈਰ ਹੋਰ ਵਸਤਰਾਂ ਦੀ ਵੀ ਲੋੜ ਪੈਂਦੀ ਹੈ। ਸਰਦੀ ਵੇਲੇ ਭਾਵੇਂ ਮੋਟੇ ਤੇ ਗਰਮ ਕੱਪੜੇ ਦੇ ਵਸਤਰ ਪਾਏ ਹੋਏ ਹੁੰਦੇ ਹਨ, ਫਿਰ ਵੀ ਇੱਕ ਖੁੱਲ੍ਹੇ, ਵੱਡੇ ਅਤੇ ਮੋਟੇ ਗਰਮ ਜਾਂ ਸੂਤੀ ਕੱਪੜੇ ਦੀ ਬੁੱਕਲ ਮਾਰ ਕੇ ਆਪਣੇ ਸਰੀਰ ਨੂੰ ਜੇ ਲਪੇਟ ਲਿਆ ਜਾਵੇ ਤਾਂ ਸਰਦੀ ਲੱਗਣ ਤੋਂ ਹੋਰ ਬਚਾਅ ਹੋ ਜਾਂਦਾ ਹੈ। ਇਹਨਾਂ ਖੁੱਲ੍ਹੇ ਤੇ ਵੱਡੇ ਤੇ ਅਣਸੀਤੇ ਕੱਪੜੇ ਦੇ ਵਸਤਰਾਂ ਵਿੱਚ ਸੂਤ ਦੇ ਬਣੇ ਹੋਏ ਖੇਸੀ ਤੇ ਚਾਦਰ ਹੁੰਦੇ ਹਨ, ਜਿਨ੍ਹਾਂ ਵਿੱਚ ਖੇਸ ਕੰਬਲ ਦੇ ਆਕਾਰ ਦਾ ਅਤੇ ਮਰਦ ਸਰੀਰ ਵਾਸਤੇ ਬਣਿਆ ਹੋਇਆ ਹੁੰਦਾ ਹੈ, ਜੋ ਪੂਰੇ ਕੱਦ ਵਾਲੇ ਮਨੁੱਖੀ ਸਰੀਰ ਨੂੰ ਬੁੱਕਲ ਮਾਰ ਕੇ ਪੂਰੀ ਤਰ੍ਹਾਂ ਲਪੇਟ ਸਕਦਾ ਹੈ। ਤੇ ਖੇਸੀ ਵਸਤਰ ਛੋਟੇ ਮਨੁੱਖੀ ਸਰੀਰਾਂ ਤੇ ਬੱਚਿਆਂ ਵਾਸਤੇ ਪੁਰਾਣੇ ਸਮੇਂ ਬਣਵਾਈ ਜਾਂਦੀ ਸੀ, ਪਰ ਹੁਣ ਇਹ ਨਹੀਂ ਜਾਂ ਘੱਟ ਹੀ ਬਣਵਾਈਆਂ ਜਾਂਦੀਆਂ ਹਨ। ਖੇਸ ਤੇ ਖੇਸੀ ਮੋਟੇ
ਸੂਤੀ ਕੱਪੜੇ ਤੇ ਡੱਬੀਦਾਰ ਤੇ ਬਗੈਰ ਡੱਬੀਆਂ ਤੋਂ ਵੀ ਬਣਦੇ ਸਨ। ਚਾਦਰ ਪਤਲੇ ਯਾਨੀ ਬਾਰੀਕ ਸੂਤੀ ਕੱਪੜੇ ਵਾਲੀ ਡੱਬੇਦਾਰ ਜਾਂ ਬਗੈਰ ਡੱਬੀਆਂ ਤੋਂ ਵੀ ਹੁੰਦੀ ਸੀ, ਜੋ ਘੱਟ ਸਰਦੀ ਵੇਲੇ ਬੁੱਕਲ ਮਾਰਨ ਦੇ ਕੰਮ ਆ ਜਾਂਦੀ ਸੀ। ਖੇਸੀ ਤੇ ਚਾਦਰ ਤੇ ਅਣਸੀਤੇ ਵਸਤਰਾਂ ਦੀ ਸਜਾਵਟ ਵਾਸਤੇ ਦੋਵੇਂ ਪਾਸੇ ਬੰਬਲ ਵੱਟੇ ਜਾਂਦੇ ਹੁੰਦੇ ਸਨ। ਪੁਰਾਣੇ ਸਮੇਂ 'ਤੇ ਜਦੋਂ ਰਸਾਇਣਕ ਖਾਦਾਂ ਦੀ ਫਸਲਾਂ ਵਾਸਤੇ ਵਰਤੋਂ ਨਹੀਂ ਸੀ ਹੁੰਦੀ, ਉਸ ਵੇਲੇ ਪਲਾਸਟਿਕ ਦੇ ਲਿਫਾਫੇ ਵੀ ਨਾ ਹੋਣ ਕਰਕੇ ਪਲੀਆਂ ਦੀ ਥਾਂ ਖੇਸੀਆਂ ਤੇ ਚਾਦਰਾਂ ਨੂੰ ਤੂੜੀ, ਕਣਕ, ਛੋਲੇ ਤੇ ਮੱਕੀ ਦੀਆਂ ਛੱਲੀਆਂ ਦੀਆਂ ਪੰਡਾਂ ਬੰਨ੍ਹਣ ਲਈ ਵੀ ਵਰਤਿਆ ਜਾਂਦਾ ਸੀ। ਹੁਣ ਕੱਪੜਾ ਸੱਭਿਆਚਾਰ ਭਾਵੇਂ ਬਦਲ ਕੇ ਸਮੇਂ ਨੇ ਬਹੁਤ ਪਲਟਾ ਮਾਰਿਆ, ਫਿਰ ਵੀ ਇਹ ਤਿੰਨੋਂ ਖੁੱਲ੍ਹੇ, ਅਣਸੀਤੇ ਤੇ ਸੂਤੀ ਕੱਪੜੇ ਆਮ ਘਰਾਂ ਵਿੱਚ ਹੁਣ ਵੀ ਦੇਖਣ ਨੂੰ ਮਿਲ ਜਾਂਦੇ ਹਨ। ਸਮੇਂ ਨੇ ਹੁਣ ਬਹੁਤ ਤਰੱਕੀ ਕਰ ਲਈ ਹੈ। ਬਾਜ਼ਾਰ ਵਿੱਚੋਂ ਨਵੀਂ ਕਿਸਮ ਦੇ ਮੋਟੇ, ਪਤਲੇ, ਗਰਮ ਅਤੇ ਠੰਡੇ ਕੱਪੜੇ ਮਿਲ ਜਾਂਦੇ ਹਨ ਤੇ ਖੱਦਰ ਦੀ ਲੋੜ ਘੱਟ ਹੋ ਗਈ ਹੈ। ਊਨੀ ਵਸਤਰ ਸਰਦੀ ਦੇ ਮੌਸਮ ਵੇਲੇ ਮਨੁੱਖੀ ਸਰੀਰ ਨੂੰ ਸਰਦੀ ਤੋਂ ਬਚਾਉਣ ਵਾਸਤੇ ਸੀਤੇ ਹੋਏ ਗਰਮ ਕੱਪੜੇ ਪਾਏ ਹੋਣ ਦੇ ਬਾਵਜੂਦ ਵੀ ਕਈ ਵਾਰ ਬੁੱਕਲ ਮਾਰਨ ਵਾਲੇ ਹੋਰ ਕੱਪੜੇ ਦੀ ਲੋੜ ਵੀ ਪੈ ਜਾਂਦੀ ਹੈ। ਇਸ ਲੋੜ ਨੂੰ ਪੂਰਾ ਕਰਨ ਵਾਸਤੇ ਪੁਰਾਣੇ ਸਮੇਂ ਜਿਵੇਂ ਸੂਤ ਦੇ ਬਣੇ ਹੋਏ ਖੇਸੀ ਤੇ ਚਾਦਰ ਹੁੰਦੀ ਸੀ, ਉਸੇ ਤਰ੍ਹਾਂ ਉੱਨ ਦੇ ਬਣੇ ਹੋਏ ਗਰਮ ਕੰਬਲ, ਲੋਈ ਤੇ ਸ਼ਾਲ ਇਸ ਵੇਲੇ ਬਾਜ਼ਾਰ ਵਿੱਚੋਂ ਆਮ ਮਿਲ ਜਾਂਦੇ ਹਨ, ਜਿਨ੍ਹਾਂ ਵਿੱਚੋਂ ਕੰਬਲ ਖੇਸ ਵਾਂਗੂ ਵੱਡੇ ਨਾਪ ਵਾਲਾ ਤੇ ਮਰਦਾਂ ਵਾਸਤੇ ਬੁੱਕਲ ਮਾਰਨ ਲਈ ਹੁੰਦਾ ਹੈ। ਇਸੇ ਤਰ੍ਹਾਂ ਲੋਈ ਵਸਤਰ ਜੋ ਭਾਰ ਪੱਖੋਂ ਕੰਬਲ ਤੋਂ ਬਹੁਤ ਘੱਟ ਭਾਰ ਵਾਲੀ ਹੁੰਦੀ ਹੈ ਤੇ ਬਣਤਰ ਤੇ ਨਾਪ ਪੱਖੋਂ ਇਸ ਦੀਆਂ ਵੀ ਕਈ ਵੰਨਗੀਆਂ ਹੁੰਦੀਆਂ ਹਨ। ਇਹ ਵੀ ਆਮ ਤੌਰ 'ਤੇ ਮਰਦਾਂ ਦੇ ਵਾਸਤੇ ਬੁੱਕਲ ਮਾਰਨ ਲਈ ਹੀ ਬਣੀ ਹੋਈ ਹੁੰਦੀ ਹੈ। ਸ਼ਾਲ ਵਸਤਰ ਵੀ ਕੰਬਲ ਅਤੇ ਲੋਈ ਵਾਂਗੂ ਉੱਨ ਤੋਂ ਬਣਿਆ ਹੋਇਆ ਗਰਮ ਵਸਤਰ ਹੈ ਅਤੇ ਔਰਤਾਂ ਵਾਸਤੇ ਸਰਦੀ ਦੇ ਮੌਸਮ ਵੇਲੇ ਬੁੱਕਲ ਮਾਰਨ ਲਈ ਹੁੰਦੀ ਹੈ। ਇਸ ਦੀਆਂ ਵੀ ਕਈ ਵੰਨਗੀਆਂ ਹੁੰਦੀਆਂ ਹਨ। ਜੁਰਾਬਾਂ, ਦਸਤਾਨੇ ਤੇ ਗੁਲੂਬੰਦ, ਇਹ ਤਿੰਨ ਬਹੁਤ ਹੀ ਛੋਟੇ ਵਸਤਰ ਹੁੰਦੇ ਹਨ ਤੇ ਆਮ ਤੌਰ 'ਤੇ ਉੱਨ ਦੇ ਬਣੇ ਹੋਏ ਮਿਲਦੇ ਹਨ ਤੇ ਜਿਨ੍ਹਾਂ ਵਿੱਚੋਂ ਜੁਰਾਬਾਂ ਨੂੰ ਨੌਕਰੀ ਪੇਸ਼ਾ ਮੁਲਾਜ਼ਮ ਅਤੇ ਅਮੀਰ ਲੋਕ ਹੀ ਸਾਰਾ ਸਾਲ ਪਹਿਨਦੇ ਹਨ, ਪਰ ਬਾਕੀ ਲੋਕ ਪੈਰਾਂ ਵਿੱਚ ਪਾਉਣ ਵਾਲੇ ਇਸ ਛੋਟੇ ਵਸਤਰ ਨੂੰ ਸਿਰਫ ਸਰਦੀ ਦੇ ਮੌਸਮ ਵੇਲੇ ਪਾਉਂਦੇ ਨੇ। ਇਹ ਬਰੀਕ ਉੱਨ ਦੀਆਂ ਬਣੀਆਂ ਹੋਈਆਂ ਜੋੜੇ ਦੇ ਰੂਪ ਵਿੱਚ ਮਿਲਦੀਆਂ ਹਨ, ਭਾਵੇਂ ਦੋਵੇਂ ਪੈਰਾਂ ਵਾਸਤੇ ਜੁੱਤੀ ਵਾਂਗੂ ਵੱਖ-ਵੱਖ ਨਾ ਹੋਣ ਕਰਕੇ ਇੱਕ ਜੋੜਾ ਬਣ ਜਾਂਦਾ। ਇਸੇ ਤਰ੍ਹਾਂ ਦਸਤਾਨਾ ਸ਼ਬਦ ਉਰਦੂ ਭਾਸ਼ਾ ਦਾ ਹੈ। ਦਸਤ ਸ਼ਬਦ ਦਾ ਅਰਥ ਹੱਥ ਤੇ ਆਨੇ ਦਾ ਅਰਥ ਉੱਨ ਦੇ ਪਹਿਨਣ ਵਾਲਾ ਛੋਟਾ ਵਸਤਰ। ਦੋਵੇਂ ਹੱਥਾਂ ਵਾਸਤੇ ਅਲੱਗ-ਅਲੱਗ ਅੰਗੂਠਾ, 3 ਲੰਬੀਆਂ ਤੇ ਚੀਚੀ ਉਂਗਲਾਂ ਕਰਕੇ ਜੋੜੇ ਦੇ ਰੂਪ ਵਿੱਚ ਹੁੰਦਾ ਹੈ, ਜੋ ਸੱਜੇ ਤੇ ਖੱਬੇ ਹੱਥ ਵਾਸਤੇ ਵੱਖ-ਵੱਖ ਹੁੰਦਾ ਹੈ। ਵੀ ਉੱਨ ਤੇ ਚਮੜੇ ਦਾ ਵੀ ਬਣਿਆ ਹੁੰਦਾ ਅਤੇ ਵੱਡੇ ਤੇ ਛੋਟੇ ਆਕਾਰ ਦਾ ਵੀ ਹੁੰਦਾ, ਜਿਨ੍ਹਾਂ ਵਿੱਚ ਚਮੜੇ ਦਾ ਬਣਿਆ ਹੋਇਆ ਦਸਤਾਨਾ ਵਾਹਨ ਚਾਲਕਾਂ ਨੂੰ ਬਹੁਤ ਰਾਸ ਬੈਠਦਾ ਹੈ। ਪਰ ਜਰਾਬਾਂ ਦੇ ਜੋੜੇ ਦੇ ਦੋਵੇਂ ਹਿੱਸੇ ਵੱਖ-ਵੱਖ ਪੈਰ ਵਾਸਤੇ ਨਹੀਂ, ਸਗੋਂ ਦੋਹਾਂ ਵਿੱਚੋਂ ਹਰ ਇੱਕ ਹਿੱਸੇ ਨੂੰ ਦੂਸਰੇ ਪੈਰ ਵਿੱਚ ਵੀ ਪਾਇਆ ਜਾ ਸਕਦਾ ਹੈ। ਗੁਲੂਬੰਦ ਸ਼ਬਦ ਦਾ ਅਰਥ ਮਨੁੱਖੀ ਧੌਣ ਯਾਨੀ ਗਲ ਦੇ ਉੱਪਰ ਸਰਦੀਆਂ ਦੇ ਮੌਸਮ ਵੇਲੇ ਲਪੇਟਣ ਵਾਸਤੇ ਉੱਨ ਦਾ ਬਣਿਆ ਲੰਬਾ ਵਸਤਰ ਹੁੰਦਾ ਹੈ। ਧੌਣ ਦੇ ਉੱਪਰ ਦੀ ਗੁਲੂਬੰਦ ਨੂੰ ਲਪੇਟਣ ਨਾਲ ਮਨੁੱਖੀ ਅੰਗ ਧੌਣ ਨੂੰ ਦੂਸਰੇ ਅੰਗਾਂ ਵਾਂਗੂ ਠੰਡ ਤੋਂ ਬਚਾਇਆ ਜਾ ਸਕਦਾ ਹੈ। ਇਹ ਤਿੰਨੋਂ ਹੀ ਵਸਤਰ ਜਿਵੇਂ ਜਰਾਬਾਂ ਤੇ ਦਸਤਾਨਾ ਤੇ ਗੁਲੂਬੰਦ ਸਰਦੀ ਦੇ ਮੌਸਮ ਵਿੱਚ ਆਮ ਵਰਤੇ ਜਾਂਦੇ ਹਨ। ਬਿਸਤਰਾ ਮਨੁੱਖ ਦੇ ਆਰਾਮ ਕਰਨ ਤੇ ਰਾਤ ਵੇਲੇ ਸੌਣ ਲਈ ਕੁਝ ਵਸਤਰਾਂ ਦੇ ਸਮੂਹ ਦਾ ਨਾਂ ਹੈ, ਜੋ ਗਰਮੀਆਂ ਤੇ ਸਰਦੀਆਂ ਦੋਵੇਂ ਮੌਸਮਾਂ ਵਾਸਤੇ ਹੁੰਦਾ ਹੈ। ਵਸਤਰਾਂ ਦੇ ਇਸ ਸਮੂਹ ਬਿਸਤਰੇ ਵਿੱਚ ਪਹਿਲਾ ਵਸਤਰ ਦਰੀ ਜਾਂ ਤਲਾਈ ਹੁੰਦੀ ਹੈ। ਦਰੀ ਜਾਂ ਤਲਾਈ ਦਾ ਆਕਾਰ ਲੰਬਾਈ ਤੇ ਚੌੜਾਈ ਪੱਖ ਤੋਂ ਮੰਜੇ ਜਾਂ ਪਲੰਘ ਦੀ ਲੰਬਾਈ ਤੇ ਚੌੜਾਈ ਦੇ ਮੇਚ ਨਾਲ ਰੱਖੀ ਹੋਈ ਹੁੰਦੀ ਹੈ। ਇਹਨਾਂ ਵਿੱਚੋਂ ਦਰੀ ਨੂੰ ਘਰੇਲੂ ਔਰਤਾਂ ਹੀ ਕੱਤੇ ਹੋਏ ਮੋਟੇ ਸੂਤ ਦੇ ਤਾਣੇ, ਸੂਤ ਦੇ ਕਈ ਤੰਦ ਇਕੱਠੇ ਕਰਕੇ ਮੇਲ ਕੇ ਬਣਾਇਆ ਹੋਇਆ ਮੋਟੇ ਤਾਣੇ ਨਾਲ ਮੰਜੇ ਦੀ ਚੁਗਾਠ ਵਰਗਾ ਬਣਿਆ 2 ਲੰਬੀਆਂ ਬਾਹੀਆਂ ਤੇ 2 ਲੰਬੇ ਸੇਰੂਆਂ ਦੀਆਂ ਚੂਲਾਂ ਨੂੰ 4 ਮੋਟੇ ਤੇ ਲੰਬੇ ਲੱਕੜੀ ਦੇ ਪਾਵਿਆਂ ਦੇ ਸਰਾਖਾਂ ਵਿੱਚ ਠੋਕ ਕੇ ਬਣੇ ਦਰੀਆਂ ਬਣਾਉਣ ਵਾਲੇ ਅੱਡੇ ਦੀ ਮਦਦ ਨਾਲ ਬਣਾ ਲਿਆ ਜਾਂਦਾ ਹੈ। ਤੇ ਇਸ ਦੀ ਸਜਾਵਟ ਵਧਾਉਣ ਵਾਸਤੇ ਘਰੇਲੂ ਔਰਤਾਂ ਆਪਣੇ ਹੱਥਾਂ ਦੇ ਹੁਨਰ ਨਾਲ ਦਰੀ ਦੇ ਵਿੱਚ ਦੂਸਰੇ ਰੰਗਾਂ ਨਾਲ ਰੰਗੇ ਹੋਏ ਹੋਰ ਸੂਤ ਦੇ ਨਾਲ ਵੰਨ-ਸਵੰਨੇ ਫੁੱਲ, ਬੂਟੇ ਤੇ ਪਸ਼ੂ ਪੰਛੀਆਂ ਦੀਆਂ ਸ਼ਕਲਾਂ ਦੀਆਂ ਜਿਵੇਂ ਘੁੱਗੀਆਂ, ਮੋਰਾਂ ਦੀਆਂ ਤਸਵੀਰਾਂ ਵੀ ਬਣਾ ਕੇ ਦਰੀ ਨੂੰ ਹੋਰ ਸਜਾਵਟ ਦੇਣ ਵਾਸਤੇ ਦਰੀ ਦੇ ਦੋਵੇਂ ਸਿਰਿਆਂ ਤੇ ਬੰਬਲ ਵੱਟ ਕੇ ਮੋਟੇ ਫੁੱਲ ਵੀ ਲਾ ਦਿੰਦੀਆਂ ਸਨ। ਦਰੀ ਗਰਮੀ ਤੇ ਸਰਦੀ ਦੋਵਾਂ ਮੌਸਮਾਂ ਵਾਸਤੇ ਵਰਤੀ ਜਾ ਸਕਦੀ ਹੈ, ਕਿਉਂਕਿ ਇਹ ਮੋਟੇ ਸੂਤ ਨਾਲ ਬਣੀ ਹੋਈ ਹੁੰਦੀ ਹੈ। ਪਰ ਤਲਾਈ ਵਸਤਰ ਵਿੱਚ ਰੂੰ ਦੀ ਮੋਟੀ ਤਹਿ ਹੋਣ ਕਰਕੇ ਇਸ ਨੂੰ ਆਮ ਤੌਰ 'ਤੇ ਸਰਦੀਆਂ ਨੂੰ ਹੀ ਵਰਤਿਆ ਜਾ ਸਕਦਾ। ਤਲਾਈ ਵਸਤਰ ਵਿੱਚ ਰੂੰ ਦੀ ਮੋਟੀ ਤਹਿ ਨੂੰ ਸੰਭਾਲਣ ਵਾਸਤੇ ਮਜ਼ਬੂਤ ਕੱਪੜੇ ਦੇ 2
ਟੁਕੜਿਆਂ, ਜਿਨ੍ਹਾਂ ਨੂੰ ਅਮਰੇ ਕਿਹਾ ਜਾਂਦਾ ਸੀ, ਨੂੰ 3 ਪਾਸਿਆਂ ਤੋਂ ਧਾਗੇ ਨਾਲ ਸਿਲਾਈ ਕਰਾ ਕੇ ਜ਼ਮੀਨ 'ਤੇ ਵਿਛਾ ਕੇ ਉਸ ਉੱਪਰ ਪਿੰਜੇ ਹੋਏ ਰੂੰ ਦੀ ਮੋਟੀ ਤਹਿ ਵਿਛਾ ਕੇ ਉਲਟਾ ਲਿਆ ਜਾਂਦਾ ਸੀ, ਜਿਸ ਨਾਲ ਰੂੰ ਦੀ ਤਹਿ ਅੰਦਰ ਚਲੇ ਜਾਂਦੀ ਅਤੇ ਦੋਨੋਂ ਅਮਰੇ ਬਾਹਰ ਆ ਜਾਂਦੇ ਹਨ। ਫਿਰ ਅਮਰਿਆਂ ਦੇ ਚੌਥੇ ਪਾਸੇ ਨੂੰ ਵੀ ਧਾਗੇ ਨਾਲ ਸਿਲਾਈ ਕਰਕੇ ਮੋਟੀ ਸੂਈ ਨਾਲ ਤਲਾਈ ਦੇ ਅਮਰਿਆਂ 'ਤੇ ਰੂੰ ਨੂੰ ਮੋਟੇ ਧਾਗੇ ਨਾਲ ਨਿਗੰਧ ਲਿਆ ਜਾਂਦਾ ਹੈ। ਇਸ ਤਰ੍ਹਾਂ ਕਰਨ ਨਾਲ ਰੂੰ ਇਕੱਠੀ ਨਹੀਂ ਹੁੰਦੀ। ਸਰਹਾਣਾ, ਬਿਸਤਰੇ ਦੀ ਚਾਦਰ ਬਿਸਤਰੇ ਉੱਪਰ ਪਹਿਲਾਂ ਤੋਂ ਵਿਛਾਈ ਹੋਈ ਦਰੀ, ਤਲਾਈ ਜਾਂ ਗੱਦੇ ਨੂੰ ਢੱਕਣ ਤੇ ਮੈਲਾ ਹੋਣ ਤੋਂ ਰੋਕਣ ਲਈ ਤੇ ਦਿੱਖ ਨੂੰ ਸੁੰਦਰ ਬਣਾਉਣ ਵਾਸਤੇ ਵਿਛਾਈ ਜਾਂਦੀ ਹੈ। ਚਾਦਰ ਸਿੰਗਲ ਤੇ ਡਬਲ ਬੈੱਡ ਵਾਸਤੇ 2 ਸਾਈਜ਼ ਦੀ ਤੇ ਵੱਖ-ਵੱਖ ਰੰਗਾਂ, ਡਿਜ਼ਾਈਨਾਂ ਤੇ ਕੱਪੜਿਆਂ ਦੀਆਂ ਕਿਸਮਾਂ ਦੀ ਬਣੀ ਹੋਈ ਮਿਲ ਜਾਂਦੀ ਹੈ। ਇਸੇ ਤਰ੍ਹਾਂ ਸਰਹਾਣਾ ਵੀ ਬਿਸਤਰੇ ਦਾ ਅੰਗ ਹੁੰਦਾ ਹੈ, ਜੋ ਸੌਣ ਦੇ ਵੇਲੇ ਸਿਰ ਦੇ ਹੇਠ ਸਰਹਾਣਾ ਦੇਣ ਵਾਸਤੇ ਹੀ ਬਣਿਆ ਹੋਇਆ ਹੁੰਦਾ ਹੈ। ਇਸ ਤਰ੍ਹਾਂ ਬਿਸਤਰੇ ਦੀ ਇੱਕ ਹੋਰ ਚਾਦਰ ਵੀ ਹੁੰਦੀ ਹੈ, ਜੋ ਗਰਮੀ ਦੇ ਮੌਸਮ ਵੇਲੇ ਲੋੜ ਪੈਣ 'ਤੇ ਵਰਤ ਲਈ ਜਾਂਦੀ ਹੈ। ਰਜਾਈ, ਰਜਾਈ ਵਸਤਰ ਉਹ ਵਸਤਰ ਹੁੰਦਾ ਹੈ ਜਿਹੜਾ ਸਰਦੀ ਦੀ ਠੰਡ ਤੋਂ ਬਚਣ ਵਾਸਤੇ ਰਾਤ ਵੇਲੇ ਸੌਣ ਜਾਂ ਆਰਾਮ ਕਰਨ ਵਾਸਤੇ ਉੱਪਰ ਲਿਆ ਜਾਂਦਾ ਹੈ। ਇਹ ਵਸਤਰ ਸਰੀਰ ਦੇ ਉੱਪਰ ਲੈ ਕੇ ਵਰਤਣ ਵਾਲਾ ਹੋਣ ਕਰਕੇ ਇਸ ਨੂੰ ਤਲਾਈ ਦੇ ਹੀ ਰੂਪ ਵਾਲਾ, ਪਰ ਉਸ ਤੋਂ ਸਾਈਜ਼ ਵਿੱਚ ਥੋੜ੍ਹਾ ਵੱਡਾ ਤੇ ਮੋਟਾ ਤੇ ਭਾਰਾ ਬਣਾਇਆ ਜਾਂਦਾ ਹੈ। ਇਸ ਨੂੰ ਬਣਾਉਣ ਦਾ ਢੰਗ ਤਰੀਕਾ ਵੀ ਤਲਾਈ ਵਾਲਾ ਹੀ ਹੁੰਦਾ ਹੈ। ਫਰਕ ਸਿਰਫ ਇਹ ਹੁੰਦਾ ਹੈ, ਇਸ ਦੇ ਹੇਠਲੇ ਯਾਨੀ ਅੰਦਰਲੇ ਕੱਪੜੇ ਦਾ ਰੰਗ ਸਾਦਾ ਤੇ ਬਾਹਰਲੇ ਕੱਪੜੇ ਉੱਪਰ ਫਲ ਬੂਟਿਆਂ ਦੀਆਂ ਤਸਵੀਰਾਂ ਹੁੰਦੀਆਂ ਹਨ। ਗਿਲਾਫ, ਗਿਲਾਫ ਨਾਂ ਦਾ ਵਸਤਰ ਰਜਾਈ ਤੇ ਤਲਾਈ ਦੋਨੋਂ ਮੋਟੇ ਤੇ ਰੂੰ ਵਾਲੇ ਭਾਰੇ ਵਸਤਰਾਂ ਉੱਪਰ ਚੜਾਉਣ ਵਾਸਤੇ ਵਸਤਰ ਦਾ ਨਾਂ ਹੈ। ਇਹ ਵਸਤਰ ਰਜਾਈ ਤੇ ਤਲਾਈ ਦੇ ਸਾਈਜ਼ ਵਿੱਚ ਫਰਕ ਹੋਣ ਕਰਕੇ ਵੱਡੇ ਤੇ ਛੋਟੇ 2 ਸਾਈਜ਼ ਦਾ ਹੁੰਦਾ ਹੈ। ਰਜਾਈ ਤੇ ਤਲਾਈ ਦੋਵੇਂ ਭਾਰੇ ਤੇ ਵੱਡੇ ਵਸਤਰ ਹੋਣ ਕਰਕੇ ਜੇ ਉਹ ਮੈਲੇ ਹੋ ਜਾਣ ਤਾਂ ਉਹਨਾਂ ਨੂੰ ਧੋ ਸਕਣਾ ਮੁਸ਼ਕਲ ਕੰਮ ਹੋਣ ਕਰਕੇ ਉਹਨਾਂ ਨੂੰ ਮੈਲੇ ਹੋਣ ਤੋਂ ਬਚਾਉਣ ਵਾਸਤੇ ਹੀ ਉਹਨਾਂ ਦੇ ਉੱਪਰ ਗਿਲਾਫ ਚੜਾਏ ਜਾਂਦੇ ਹਨ। ਗਿਲਾਫ ਕੱਪੜੇ ਦੇ 2 ਵੱਡੇ ਟੁਕੜਿਆਂ ਨੂੰ ਧਾਗੇ ਨਾਲ ਸੀ ਕੇ ਬਣਾਇਆ ਜਾਂਦਾ ਹੈ। ਮੱਛਰਦਾਨੀ, ਇਹ ਐਸਾ ਮੌਸਮੀ ਵਸਤਰ ਹੁੰਦਾ ਹੈ ਜਿਹੜਾ ਗਰਮੀ ਦੇ ਮੌਸਮ ਵੇਲੇ ਮੱਛਰ ਦੇ ਕੱਟਣ ਤੋਂ ਬਚਾਉਂਦਾ ਹੈ। ਜਾਲੀਦਾਰ ਕੱਪੜੇ ਦੇ ਮੰਜੇ ਜਾਂ ਪਲੰਗ ਦੇ ਸਾਈਜ਼ ਦੇ 4 ਟੁਕੜੇ ਚਾਰੇ ਪਾਸੇ ਯਾਨੀ ਚੁਫੇਰੇ, ਫਿਰ ਹੋਰ ਹੇਠਾਂ ਹੋਰ ਕੱਪੜਾ ਸੀ ਕੇ ਮੱਛਰਦਾਨੀ ਦਾ ਰੂਪ ਦਿੱਤਾ ਜਾਂਦਾ ਹੈ ਤੇ 4 ਸਿੱਧੀਆਂ ਸੋਟੀਆਂ ਦੇ ਸਹਾਰੇ ਮੱਛਰਦਾਨੀ ਸੌਣ ਵਾਲੇ ਬਿਸਤਰੇ ਦੇ ਉੱਪਰ ਤਾਣੀ ਜਾਂਦੀ ਹੈ। ਫੈਸ਼ਨ, ਰਿਵਾਜ ਅਤੇ ਵਰਤੋਂ ਦੇ ਢੰਗ ਤਰੀਕੇ। ਕੱਪੜਾ ਜਦੋਂ ਤੋਂ ਹੋਂਦ ਵਿੱਚ ਆਇਆ ਉਸ ਦੀਆਂ ਕਿਸਮਾਂ ਬਦਲਦੀਆਂ ਹੀ ਆਈਆਂ ਹਨ। ਇਹ ਕਈ ਕਿਸਮ ਦੇ ਫੈਸ਼ਨ, ਰਿਵਾਜਾਂ ਅਤੇ ਵਰਤੋਂ ਦੇ ਢੰਗ ਤਰੀਕਿਆਂ ਵਿੱਚੋਂ ਦੀ ਹੁੰਦਾ ਹੋਇਆ ਹੁਣ ਜੋ ਆਧੁਨਿਕ ਰੂਪ ਹੈ ਤੱਕ ਸਾਡੇ ਕੋਲ ਪਹੁੰਚਿਆ ਤੇ ਸੰਭਾਵਨਾ ਹੈ ਕਿ ਇਹ ਆਉਣ ਵਾਲੇ ਸਮੇਂ ਵਿੱਚ ਆਪਣੇ ਕਈ ਹੋਰ ਰੂਪ ਵੀ ਬਦਲ ਲਵੇਗਾ, ਜਿਸ ਦਾ ਕਾਰਨ ਇੱਕ ਇਹ ਵੀ ਹੈ ਕਿ ਵੱਖ-ਵੱਖ ਵੇਲਿਆਂ ਵਿੱਚ ਰਾਜਨੀਤਿਕ ਹਵਾਵਾਂ ਦਾ ਵਗਣਾ ਵੀ ਹੁੰਦਾ ਹੈ। ਹਜ਼ਰਤ ਮੁਹੰਮਦ ਸਾਹਿਬ, ਜੋ ਮੁਸਲਮਾਨਾਂ ਦਾ ਪਹਿਲਾ ਪੈਗੰਬਰ ਸੀ, ਨੇ ਮੁਸਲਿਮ ਧਰਮ ਵਾਸਤੇ ਬਹੁਤ ਚੰਗੇ ਅਸੂਲ ਬਣਾਏ ਸਨ, ਜਿਸ ਨੂੰ ਸਾਰੀ ਲੋਕਾਈ ਨੇ ਚੰਗਾ ਹੀ ਕਿਹਾ ਸੀ। ਉਸ ਤੋਂ ਮਗਰੋਂ ਉਹ ਧਰਮ ਜਦੋਂ ਰਾਜਨੀਤਿਕ ਬਣ ਗਿਆ ਤਦ ਉਹ 2 ਹਿੱਸਿਆਂ ਸੁੰਨੀ ਤੇ ਸ਼ੀਆ ਵਿੱਚ ਵੰਡਿਆ ਗਿਆ। ਇੱਕੋ ਹੀ ਪੈਗੰਬਰ ਨੂੰ ਮੰਨਣ ਵਾਲੇ ਪਾਟ ਗਏ। ਉਸ ਦੇ ਰਾਜਨੀਤਿਕ ਠੇਕੇਦਾਰ ਦੂਰ ਤੱਕ ਜ਼ੁਲਮ ਕਰਦੇ ਹੋਏ ਭਾਰਤ ਤੱਕ ਹੀ ਨਹੀਂ ਸਗੋਂ ਧੁਰੰਧਰ ਤੱਕ ਪਹੁੰਚ ਗਏ ਸਨ। ਜ਼ਬਰਨ ਰਾਜ ਕਰਨ ਦੇ ਨਾਲ ਨਾਲ ਜਬਰਨ ਧਰਮ ਤਬਦੀਲੀ ਵੀ ਕਰਵਾਉਣ ਲੱਗ ਪਏ, ਜਿਸ ਦੇ ਨਤੀਜੇ ਵਜੋਂ ਉਸ ਵੇਲੇ ਦੀਆਂ ਮੁਟਿਆਰਾਂ ਨੂੰ ਜ਼ੁਲਮ, ਤਸ਼ੱਦਦ ਅਤੇ ਉਦਾਲ ਹੋਣ ਤੋਂ ਬਚਾਉਣ ਵਾਸਤੇ ਬਰਾਤਾਂ ਲੈ ਕੇ ਜਾਣ ਤੇ ਕੁੰਡ ਕੱਢਣ ਦਾ ਰਿਵਾਜ਼ ਹੋਂਦ ਵਿੱਚ ਆਇਆ ਸੀ। ਕੁੰਡ ਕੱਢਣਾ ਕੋਈ ਫੈਸ਼ਨ ਨਹੀਂ ਸੀ, ਸਗੋਂ ਇਹ ਇੱਕ ਗੁਲਾਮੀ ਵੇਲੇ ਦੀ ਮਜਬੂਰੀ ਦੀ ਨਿਸ਼ਾਨੀ ਹੈ। ਮੁਟਿਆਰ ਦੇ ਮੂੰਹ ਉੱਪਰ ਕੱਪੜੇ ਦਾ ਪਰਦਾ ਬਣਾਉਣਾ ਹੁੰਦਾ ਹੈ, ਜੋ ਅਤ ਜ਼ਾਲਮ ਵੇਲੇ ਸ਼ੁਰੂ ਹੋਇਆ ਸੀ ਤੇ ਉਸੇ ਤਰ੍ਹਾਂ ਲਕੀਰ ਦਾ ਫਕੀਰ ਹੋ ਕੇ 1965-70 ਈਸਵੀ ਤੱਕ ਚੱਲਦਾ ਰਿਹਾ ਸੀ। ਇਸ ਵਿੱਚ ਫਰਕ ਇਹ ਜ਼ਰੂਰ ਪੈ ਗਿਆ ਸੀ ਕਿ ਪਰਦਾ ਜ਼ਾਲਿਮ ਤੋਂ ਬਚਾਉਣ ਦੀ ਥਾਂ ਮੁਟਿਆਰ ਨੂੰ ਆਪਣੇ ਸਹੁਰੇ ਘਰ ਤੇ ਪਿੰਡ ਵਿੱਚ ਆਪਣੇ ਪਤੀ ਤੋਂ ਵੱਡੀ ਉਮਰ ਦੇ ਹਰ ਆਦਮੀ ਤੋਂ ਕੁੰਡ ਕੱਢਣ ਲੱਗੀਆਂ ਸਨ। ਇਸ ਕੁੰਡ ਕੱਢਣ ਤੋਂ ਪਿੰਡ ਦੇ ਘਰ ਦੀਆਂ ਨੂੰਹਾਂ ਤੇ ਧੀਆਂ ਦੀ ਵੀ ਪਛਾਣ ਹੋ ਜਾਂਦੀ ਹੁੰਦੀ ਸੀ। ਕੁੰਡ ਆਪਣਿਆਂ ਤੋਂ ਵੀ ਰਾਖੀ ਕਰ ਜਾਂਦਾ ਸੀ। ਜਿਵੇਂ ਇਹ ਗੱਲ 1938-40 ਈਸਵੀ ਵੇਲੇ ਦੀ ਹੋਵੇਗੀ, ਜਦੋਂ ਇੱਕ ਵਿਆਹੁਤਾ ਮੁਟਿਆਰ ਚਾਚੀ ਬਰਸਿੰਦ ਕੌਰ ਆਪਣੇ ਪੇਕਿਆਂ ਤੋਂ ਰੇਲ ਗੱਡੀ ਵਿੱਚ ਬੈਠ ਕੇ ਆਪਣੇ ਪਿੰਡ ਦੇ ਨੇੜਲੇ ਰੇਲਵੇ ਸਟੇਸ਼ਨ ਪਾਜੀਆ ਤੋਂ ਉਤਰ ਕੇ ਜੰਗਲ ਵਿੱਚੋਂ ਦੀ ਇਕੱਲੀ ਯਾਨੀ ਮੁਟਿਆਰ ਉਮਰ ਵਿੱਚ ਪਿੰਡ ਨੂੰ ਆ ਰਹੀ ਸੀ। ਜਦੋਂ ਉਹ ਉਜਾੜ ਵਿੱਚ ਇਕਾਂਤ ਵਿੱਚ ਪਹੁੰਚਣ ਲੱਗੀ ਤਾਂ ਕੀ ਦੇਖਦੀ ਹੈ ਕਿ ਪਸ਼ੂਆਂ ਦਾ ਵੱਧ ਚਾਰ ਰਹੇ ਕੁਝ ਨੌਜਵਾਨ ਦੂਰੋਂ ਰਾਹ ਵੱਲ ਨੂੰ ਆ ਰਹੇ, ਗਹਿਣੇ ਪਾਏ ਹੋਏ ਹੋਣ ਕਰਕੇ ਉਹ ਹੋਰ ਡਰ ਗਈ। ਤਦ ਉਸਨੇ
ਉਹਨਾਂ ਦੇ ਨੇੜੇ ਆਉਣ ਤੋਂ ਪਹਿਲਾਂ ਹੀ ਗਹਿਣੇ ਵੀ ਤੇ ਮੂੰਹ ਨੂੰ ਵੀ ਡੂੰਘਾ ਘੁੰਡ ਕੱਢ ਕੇ ਢੱਕ ਲਿਆ। ਤਦ ਕੀ ਹੋਇਆ, ਉਹਨਾਂ ਵਿੱਚੋਂ ਇੱਕ ਬੋਲਿਆ, ਸਾਲਿਓ ਇਹ ਤਾਂ ਆਪਣੇ ਪਿੰਡ ਦੀ ਕੋਈ ਨੂੰਹ ਹੋਵੇਗੀ, ਆਪਾਂ ਇੱਥੋਂ ਦੌੜ ਚੱਲੀਏ, ਨਹੀਂ ਤਾਂ ਅੱਜ ਆਪਾਂ ਨੂੰ ਛਿੱਤਰ ਜਾਂ ਡਾਂਗਾਂ ਖਾਣੀਆਂ ਪੈ ਜਾਣੀਆਂ। ਉਹ ਉੱਥੋਂ ਦੌੜ ਗਏ ਤੇ ਪਸ਼ੂ ਵੀ ਦੌੜਾ ਕੇ ਉੱਥੋਂ ਹੋਰ ਥਾਂ ਲੈ ਗਏ। ਤਦ ਉਹ ਮੁਟਿਆਰ ਪਿੰਡ ਭਾਨੋ ਲੰਗਾ ਤੋਂ ਆਪਣੇ ਪਿੰਡ ਕਾਲਵੀ ਸੁਰੱਖਿਅਤ ਪਹੁੰਚ ਗਈ। ਸਾਫੇ ਜਾਂ ਹੋਰ ਕੱਪੜੇ ਦਾ ਮੜਾਸਾ ਮਾਰਨਾ। ਕਿਸੇ ਵੀ ਕੱਪੜੇ ਜਾਂ ਸਾਫੇ ਦਾ ਸਿਰ ਉੱਪਰ ਮੜਾਸਾ ਮਾਰਨਾ ਵੀ ਕੋਈ ਫੈਸ਼ਨ ਨਹੀਂ ਹੁੰਦਾ, ਸਗੋਂ ਸਿਰ ਨੂੰ ਠੰਡਾ ਜਾਂ ਹੋਰ ਤੰਗੀ ਤੋਂ ਬਚਾਉਣ ਵਾਸਤੇ ਸਿਰ ਉੱਪਰ ਬੇਤਰਤੀਬੀ ਨਾਲ ਕਿਸੇ ਕੱਪੜੇ ਦੇ ਲਪੇਟਣ ਨੂੰ ਹੀ ਮੜਾਸਾ ਮਾਰਨਾ ਕਿਹਾ ਜਾਂਦਾ। ਵੈਸੇ ਜਦੋਂ ਆਪਾਂ ਪਗੜੀ ਨੂੰ ਸਿਰ ਉੱਪਰ ਸਜਾਉਂਦੇ ਹਾਂ ਤਾਂ ਸਾਹਮਣੇ ਸ਼ੀਸ਼ਾ ਰੱਖ ਕੇ ਬਹੁਤ ਤਰਤੀਬ ਨਾਲ ਸਜਾਉਂਦੇ ਹੁੰਦੇ ਹਾਂ ਤੇ ਸ਼ੀਸ਼ੇ ਤੋਂ ਬਗੈਰ ਵੀ ਹਰ ਕੱਪੜਾ ਸਜਾਉਣ ਲੱਗ ਪੈਂਦੇ ਹਾਂ। ਪਰ ਜਦੋਂ ਕੋਲ ਕੋਈ ਸ਼ੀਸ਼ਾ ਵੀ ਨਾ ਹੋਵੇ ਤਾਂ ਕਾਹਲੀ ਨਾਲ ਸਿਰ ਉੱਪਰ ਕਿਸੇ ਕੱਪੜੇ ਨੂੰ ਲਪੇਟ ਲੈਂਦੇ ਹਾਂ ਤਾਂ ਉਸੇ ਨੂੰ ਮੜਾਸਾ ਮਾਰਨਾ ਕਿਹਾ ਜਾਂਦਾ। ਖੇਸ ਦਾ ਝੁੰਬ ਮਾਰਨਾ। ਸਰਦੀ ਦੇ ਮੌਸਮ ਵੇਲੇ ਖੱਦਰ ਦੇ ਕੱਪੜੇ ਦੇ ਖੇਸ ਦਾ ਝੁੰਬ ਮਾਰਨਾ ਵੀ ਕੋਈ ਰਿਵਾਜ ਜਾਂ ਫੈਸ਼ਨ ਨਹੀਂ ਹੁੰਦਾ, ਸਗੋਂ ਇਹ ਤਾਂ ਖੇਸ ਨੂੰ ਸਰਦੀ ਵੇਲੇ ਆਪਣੇ ਸਰੀਰ ਉੱਪਰ ਲਪੇਟਣ ਦਾ ਇੱਕ ਢੰਗ ਤਰੀਕਾ ਹੀ ਹੁੰਦਾ ਹੈ, ਜਿਸ ਕਰਕੇ ਝੁੰਬ ਮਾਰਨ ਵਾਲੇ ਦੇ ਦੋਵੇਂ ਹੱਥ ਵਿਹਲੇ ਹੋ ਜਾਂਦੇ ਹਨ। ਉਹ ਵਿਹਲੇ ਹੱਥ ਨਾਲ ਖੇਸ ਨੂੰ ਸਿਰ ਅਤੇ ਸਰੀਰ ਉੱਪਰ ਹੁੰਦਿਆਂ ਹੋਇਆਂ ਵੀ ਸਾਰੇ ਹੋਰ ਕੰਮ ਕੀਤੇ ਜਾ ਸਕਦੇ ਹਨ। ਵੈਸੇ ਸਰਦੀ ਦੇ ਮੌਸਮ ਵੇਲੇ ਆਪਾਂ ਕੰਬਲ ਜਾਂ ਖੇਸ ਨੂੰ ਥੋੜਾ ਅੱਗੇ ਵੱਲ ਰੱਖ ਕੇ ਬਾਕੀ ਨੂੰ ਸਰੀਰ ਦੇ ਪਿੱਛੋਂ ਦੀ ਲਿਆ ਕੇ ਤੇ ਅੱਗੇ ਲਿਆ ਕੇ ਪਹਿਲੇ ਅੱਗੇ ਰੱਖੇ ਹੋਏ ਹਿੱਸੇ ਦੇ ਉੱਪਰੋਂ ਦੀ ਲਪੇਟਦੇ ਹਾਂ ਤਾਂ ਉੱਥੋਂ ਕੰਬਲ ਜਾਂ ਖੇਸ ਦੋਹਰਾ ਲਪੇਟ ਹੋ ਜਾਂਦਾ ਤੇ ਉਸ ਨੂੰ ਹੱਥ ਨਾਲ ਫੜ ਕੇ ਵੀ ਰੱਖਦੇ ਹਾਂ, ਜਿਸ ਕਰਕੇ ਹੱਥ ਉਸ ਨੂੰ ਫੜਨ ਵਿੱਚ ਰੁਕੇ ਰਹਿੰਦੇ ਹਨ। ਝੁੰਬ ਬਣਾਉਣ ਵਾਸਤੇ ਕੋਈ ਸਿਲਾਈ ਨਹੀਂ ਕੀਤੀ ਜਾਂਦੀ। ਇਸ ਨੂੰ ਬਣਾਉਣ ਵਾਸਤੇ ਖੱਦਰ ਦੇ ਖੇਸ ਨੂੰ ਦੂਹਰਾ ਕਰੋ, ਖੇਸ ਦਾ ਦੋਹਰਾ ਮੋੜ ਉੱਪਰ ਵੱਲ ਕਰਕੇ ਦੋਨੋਂ ਹੱਥਾਂ ਵਿੱਚ ਉਸ ਦੇ ਦੋਹਰੇ ਮੋੜ ਵਾਲੇ ਖੂੰਜੇ ਫੜ ਕੇ ਉਸ ਦੋਹਰੇ ਮੋੜ ਨੂੰ ਠੀਕ ਵਿਚਕਾਰ ਤੋਂ ਮੋੜ ਕੇ ਦੋਨੋਂ ਖੂੰਜਿਆਂ ਨੂੰ ਮਿਲਾ ਕੇ ਥੋੜਾ ਜਿਹਾ ਇੱਕ ਨੂੰ ਦੂਸਰੇ ਦੇ ਉੱਪਰ ਦੀ ਮੋੜ ਕੇ ਅੰਦਰ ਵੱਲ ਲੈ ਜਾ ਕੇ ਆਪਣੇ ਸਰੀਰ ਦੇ ਪਿਛਲੇ ਪਾਸੇ ਨੂੰ ਜਾ ਕੇ ਫਿਰ ਉੱਪਰ ਲੈ ਰੱਖ ਲਓ। ਝੁੰਬ ਵੀ ਵੱਜ ਗਿਆ ਤੇ ਸਿਰ ਉੱਪਰ ਵੀ ਲੈ ਲਿਆ ਹੋਇਆ ਹੁੰਦਾ ਹੈ। ਇਹ ਆਮ ਤੌਰ 'ਤੇ ਪੁਰਾਣੇ ਸਮੇਂ ਕੰਡਿਆਲੇ ਛਾਪਿਆਂ ਦੀ ਖਿੱਤੀ ਸਲੰਘ ਦੀ ਮਦਦ ਨਾਲ ਸਿਰ ਉੱਪਰ ਰੱਖ ਕੇ ਵਾੜ ਕਰਨ ਵਾਲੀ ਥਾਂ 'ਤੇ ਲੈ ਕੇ ਆਉਣ ਵਾਸਤੇ ਝੁੰਬ ਕੰਮ ਆ ਜਾਂਦਾ ਹੁੰਦਾ ਸੀ। ਇਸ ਤੋਂ ਅਗਲੇ 5ਵੇਂ ਅਧਿਆਇ ਵਿੱਚ ਅਸੀਂ ਗੱਲ ਕਰਾਂਗੇ ਮਨੁੱਖਤਾ ਦੀ ਸੁਰੱਖਿਆ ਵਾਸਤੇ ਮਕਾਨ।